ਹੈਲੋ ਸਟੂਡੈਂਟਸ, O2 IAS ਅਕੈਡਮੀ ਦੇ YouTube ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਮੇਰਾ ਨਾਮ ਹੈ ਸੰਤੋਖ ਸਿੰਘ ਬਰਾੜ ਔਰ ਅੱਜ ਅਸੀਂ ਗੱਲ ਕਰਾਂਗੇ ਕਿ ਜਿਹੜੇ ਵਰਕਿੰਗ ਲੋਕ ਨੇ ਉਹ ਪੰਜਾਬ PCS ਦੀ ਪ੍ਰੈਪਰੇਸ਼ਨ ਕਿਸ ਅਪਰੋਚ ਦੇ ਨਾਲ ਕਰ ਸਕਦੇ ਆ। ਮੇਰੇ ਕੋਲੇ ਬਹੁਤ ਸਾਰੀਆਂ ਇਨਕੁਆਰੀਜ਼ ਆਉਂਦੀਆਂ ਨੇ। ਨਾਰਮਲੀ ਜਿਹੜੇ ਵਰਕਿੰਗ ਲੋਕ ਨੇ ਉਹਨਾਂ ਦਾ ਇਹ ਸਭ ਤੋਂ ਬੜਾ ਡਾਊਟ ਹੁੰਦਾ ਹੈ ਕਿ ਸਾਡੀ ਜਿਹੜੀ ਅਪਰੋਚ ਆ ਉਹ ਕਿਸ ਤਰੀਕੇ ਦੀ ਹੋਣੀ ਚਾਹੀਦੀ ਹੈ, ਕਿਹੜਾ ਮਟੀਰੀਅਲ ਹੈ ਜਾਂ ਲਿਮਿਟਡ ਟਾਈਮ ਨੂੰ ਦੇਖਦੇ ਹੋਏ ਅਸੀਂ ਉਹਨੂੰ ਕਿਸ ਤਰੀਕੇ ਨਾਲ ਮੈਨੇਜ ਕਰਨਾ। ਬਹੁਤ ਸਾਰੇ ਸਟੂਡੈਂਟਸ ਇਹ ਵੀ ਪੁੱਛਦੇ ਨੇ ਕਿ ਅਸੀਂ ਨੋਟਸ ਬਣਾਈਏ ਜਾਂ ਨਾ ਬਣਾਈਏ, ਜਾਂ ਅਸੀਂ ਮੌਕ ਟੈਸਟ ਲਗਾਉਣੇ ਨਹੀਂ ਲਗਾਉਣੇ। ਇਹਨਾਂ ਸਾਰੇ ਸਵਾਲਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਮੈਂ ਇਸ ਵੀਡੀਓ ਦੇ ਵਿੱਚ ਕਰਾਂਗਾ। ਅਗਰ ਤੁਸੀਂ ਜੌਬ ਦੇ ਨਾਲ PCS ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਇਹ ਤੁਹਾਡੇ ਲਈ ਕੰਮ ਦੀ ਵੀਡੀਓ ਹੋ ਸਕਦੀ ਹੈ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰਾ ਮੇਨ ਕੁਐਸਚਨ ਹੈ ਤੁਹਾਨੂੰ ਕਿ ਜਿਹੜਾ ਤੁਹਾਡਾ ਸੋਰਸ ਆਫ ਮੋਟੀਵੇਸ਼ਨ ਹੈ ਉਹ ਕੀ ਹੈ। ਕੀ ਤੁਸੀਂ PCS ਬਣਨਾ, ਤੁਹਾਡੀ ਆਲਰੇਡੀ ਜੌਬ, ਅਗਰ ਤੁਸੀਂ ਇਸ ਵੀਡੀਓ ਨੂੰ ਦੇਖ ਰਹੇ ਹੋ ਤਾਂ ਟਾਈਟਲ ਹੀ ਇਹ ਹੈ ਕਿ ਤੁਸੀਂ ਜੌਬ ਦੇ ਨਾਲ ਤਿਆਰੀ ਕਿਵੇਂ ਕਰਨੀ ਹੈ। ਅਗਰ ਤੁਸੀਂ ਆਲਰੇਡੀ ਜੌਬ ਦੇ ਵਿੱਚ ਹੋ, ਇਹ ਜੌਬ ਤੋਂ ਤੁਸੀਂ ਅੱਗੇ ਜਾਣਾ ਚਾਹੁੰਦੇ ਹੋ ਤਾਂ ਇਹ ਜਾਣ ਲਈ ਤੁਹਾਡਾ ਮੋਟੀਵੇਸ਼ਨ ਦਾ ਸੋਰਸ ਕੀ ਹੈ। ਦੇਖੋ, ਦੋ ਤਰੀਕੇ ਦੇ ਮੋਟੀਵੇਸ਼ਨ ਸੋਰਸਿਸ ਹੁੰਦੇ ਨੇ, ਇੱਕ ਇੰਟਰਨਲ ਹੈ ਤੇ ਇੱਕ ਐਕਸਟਰਨਲ ਹੈ। ਐਕਸਟਰਨਲ ਇਜ਼ ਲਾਈਕ ਕਿ ਤੁਸੀਂ ਕੋਈ ਮੂਵੀ ਦੇਖ ਕੇ ਮੋਟੀਵੇਟ ਹੋ ਗਏ ਹੋ, ਜਾਂ ਤੁਸੀਂ ਕਿਸੇ ਅਫਸਰ ਦੀ ਟੌਰ ਦੇਖ ਕੇ ਮੋਟੀਵੇਟ ਹੋ ਗਏ ਹੋ, ਜਾਂ ਤੁਹਾਨੂੰ ਕਿਸੇ ਰਿਸ਼ਤੇਦਾਰ ਨੇ, ਘਰਦੇ ਨੇ ਕਿਹਾ ਕਿ ਤੂੰ ਇੱਥੇ ਹੀ ਬੈਠਾ, ਅੱਗੇ ਨਹੀਂ ਜਾ ਰਿਹਾ। ਦੀਜ਼ ਆਰ ਦੀ ਐਕਸਟਰਨਲ ਮੋਟੀਵੇਸ਼ਨਸ। ਅਗਰ ਤੁਹਾਡਾ ਮੋਟੀਵੇਸ਼ਨ ਦਾ ਸੋਰਸ ਐਕਸਟਰਨਲ ਹੈ ਤਾਂ ਮੇਰੀ ਤੁਹਾਨੂੰ ਇੱਕ ਸਲਾਹ ਹੈ ਕਿ ਤੁਸੀਂ ਜਿਹੜੀ ਆਪਣੀ ਪ੍ਰੈਪਰੇਸ਼ਨ ਆ ਉਹਦੇ ਵਿੱਚ ਬਹੁਤ ਟਾਈਮ ਜ਼ਿਆਦਾ ਖਰਾਬ ਨਾ ਕਰੋ, ਬਿਕੋਜ਼ ਐਕਸਟਰਨਲ ਸੋਰਸ ਆਫ ਮੋਟੀਵੇਸ਼ਨ ਜਿਹੜੇ ਆ ਫੇਡ ਅਵੇ ਹੋ ਜਾਂਦੇ ਆ। ਇਹ ਪ੍ਰੈਪਰੇਸ਼ਨ ਥੋੜ੍ਹਾ ਜਿਹਾ ਤੁਹਾਡਾ ਟਾਈਮ ਲਏਗੀ, ਇੱਕ ਸਵਾ ਸਾਲ ਦਾ ਟਾਈਮ ਤੁਹਾਨੂੰ ਲੱਗ ਜਾਏਗਾ। ਐਂਡ ਮੈਨੂੰ ਨਹੀਂ ਲੱਗਦਾ ਕਿ ਐਕਸਟਰਨਲ ਮੋਟੀਵੇਸ਼ਨ ਸੋਰਸ ਦੇ ਨਾਲ ਤੁਸੀਂ ਬਹੁਤ ਲੰਬਾ ਟਾਈਮ ਤਿਆਰੀ ਕਰੋਗੇ। 4-5 ਮਹੀਨੇ ਤਿਆਰੀ ਕਰਨਾ ਅੱਛਾ ਹੈ ਕਿ ਤੁਸੀਂ ਹੁਣੇ ਤੋਂ ਹੀ ਆਪਣਾ ਥੋੜ੍ਹਾ ਜਿਹਾ ਮੋਟੀਵੇਸ਼ਨ ਲੈਵਲ ਨੂੰ ਚੈੱਕ ਕਰ ਲਓ ਕਿ ਵਾਕਈ ਅੰਦਰੋਂ ਇੱਛਾ ਹੈ PCS ਦੀ ਤਿਆਰੀ ਕਰਨ ਦੀ, ਜਾਂ ਵੈਸੇ ਹੀ ਕੁਛ ਦੇਖ ਕੇ ਇੰਸਟੈਂਟਲੀ ਤੁਹਾਡਾ ਮੂਡ ਹੋ ਰਿਹਾ। ਠੀਕ ਹੈ, ਤੋ ਇਸ ਕੁਐਸਚਨ ਦੇ ਨਾਲ ਤੁਸੀਂ ਸ਼ੁਰੂ ਕਰਨਾ। ਬਾਏ ਦ ਵੇ, ਅਗਰ ਤੁਸੀਂ ਪ੍ਰੈਪਰੇਸ਼ਨ 'ਚ ਕੋਈ ਪ੍ਰੋਫੈਸ਼ਨਲ ਹੈਲਪ ਤੁਹਾਨੂੰ ਚਾਹੀਦੀ ਹੈ ਜਾਂ ਤੁਸੀਂ ਕੋਚਿੰਗ ਲੈਣਾ ਚਾਹੁੰਦੇ ਹੋ ਤਾਂ ਤੁਸੀਂ O2 IAS ਅਕੈਡਮੀ ਦੀ ਮੋਬਾਈਲ ਐਪਲੀਕੇਸ਼ਨ ਡਾਊਨਲੋਡ ਕਰ ਸਕਦੇ ਹੋ। ਇਸ ਮੋਬਾਈਲ ਐਪਲੀਕੇਸ਼ਨ ਦੋਨੋਂ iOS ਦੇ ਵਿੱਚ ਮਾਈ ਇੰਸਟੀਚਿਊਟ ਦੇ ਨਾਮ ਤੋਂ, ਐਂਡਰੋਇਡ ਦੇ ਵਿੱਚ O2 IAS ਅਕੈਡਮੀ ਦੇ ਨਾਮ ਤੋਂ ਹੀ ਐਪਲੀਕੇਸ਼ਨ ਅਵੇਲੇਬਲ ਹੈ। ਐਂਡ ਸਾਡੇ ਕੋਲੇ ਸੈਪਰੇਟ ਪ੍ਰੋਫੈਸ਼ਨਲ ਲੋਕਾਂ ਲਈ ਇੱਕ ਬੈਚ ਹੁੰਦਾ ਜਿਹਦੇ 'ਚ ਕੀ ਤੁਸੀਂ ਆਪਣੇ ਵਰਕਿੰਗ ਟਾਈਮਸ ਦੇ ਅਕੋਰਡਿੰਗਲੀ ਕਲਾਸਿਸ ਲਗਾ ਸਕਦੇ ਹੋ, ਸੂਟੇਬਲ ਹੁੰਦਾ। ਬਾਕੀ ਗੱਲਾਂ ਤੁਸੀਂ ਇਹਨਾਂ ਦੇ ਜਿਹੜੇ ਰਜਿਸਟਰਡ ਨੰਬਰ ਨੇ ਉਹਨਾਂ 'ਤੇ ਕਾਲ ਕਰਕੇ ਵੀ ਪੁੱਛ ਸਕਦੇ ਹੋ। ਆਪਾਂ ਸਿੱਧੀ ਪੁਆਇੰਟ ਦੀ ਗੱਲ ਕਰਦੇ ਹਾਂ, ਐਂਡ ਦੈਟ ਇਜ਼ ਕਿ ਤਿਆਰੀ ਲਈ ਤੁਹਾਨੂੰ ਐਗਜ਼ਾਮ ਦਾ ਬੇਸਿਕ ਪੈਟਰਨ ਮੈਂ ਦੱਸਾਂਗਾ ਹਲਕਾ ਫੁਲਕਾ। ਇਹਦੀ ਡਿਟੇਲਡ ਵੀਡੀਓ ਜਿਹੜੀ ਆ ਉਹ ਪਹਿਲਾਂ ਵੀ ਸਾਡੇ ਚੈਨਲਸ 'ਤੇ ਬਣੀ ਹੋਈ ਹੈ, ਔਰ ਮੈਂ ਉਮੀਦ ਕਰਦਾ ਕਿ ਅਗਰ ਤੁਸੀਂ ਸੀਰੀਅਸ ਐਸਪੈਰੈਂਟ ਹੋ ਤਾਂ ਤੁਹਾਨੂੰ ਸਿਲੇਬਸ ਤਾਂ ਪਤਾ ਹੀ ਹੈ। ਬਟ ਸਟਿਲ ਆ ਕੁਇਕ ਓਵਰਵਿਊ ਕਿ ਜਿਹੜਾ ਪੰਜਾਬ PCS ਦਾ ਐਗਜ਼ਾਮ ਆ ਉਹ 3 ਸਟੇਜਸ ਦੇ ਵਿੱਚ ਕੰਡਕਟ ਹੋਏਗਾ। ਪਹਿਲਾ ਹੋਏਗਾ ਪ੍ਰੀਲਿਮਿਨਰੀ, ਦੂਸਰਾ ਮੇਨਸ ਤੇ ਤੀਸਰਾ ਇੰਟਰਵਿਊ। ਜਿਹੜਾ ਪ੍ਰੀ ਹੈ ਉਹ ਐਜ਼ ਯੂਜ਼ੂਅਲ ਇੱਕ ਸਕਰੀਨ ਟੈਸਟ ਹੁੰਦਾ। ਸਕਰੀਨਿੰਗ ਟੈਸਟ ਯਾਨੀ ਕਿ ਇਹਦੇ ਮਾਰਕਸ ਜਿਹੜੇ ਆ ਤੁਹਾਡੀ ਮੇਨ ਮੈਰਿਟ ਦੇ ਵਿੱਚ ਨਹੀਂ ਜੁੜਦੇ। ਕਿਹੜੇ ਲੋਕ ਮੇਨਸ ਲਿਖਣਗੇ ਉਹਨਾਂ ਦਾ ਇੱਕ ਸਕਰੀਨਿੰਗ ਟੈਸਟ ਹੋਏਗਾ, ਦੈਟ ਇਜ਼ ਪ੍ਰੀ। 2 ਪੇਪਰ ਹੁੰਦੇ, ਇੱਕ GS ਦਾ, ਇੱਕ CSAT ਦਾ। ਦੋਨੋਂ ਪੇਪਰਸ ਦੀ ਇੱਕ ਕੱਟ ਆਫ ਹੁੰਦੀ ਹੈ। ਕੱਟ ਆਫ ਤੋਂ ਜਿਹੜੇ ਲੋਕ ਕੱਟ ਆਫ ਕ੍ਰਾਸ ਕਰਦੇ ਨੇ ਉਹ ਮੇਨਸ ਦੇ ਵਿੱਚ ਚਲੇ ਜਾਂਦੇ ਨੇ। ਐਕਚੁਅਲੀ ਜਿਹੜੇ ਕੈਂਡੀਡੇਟ ਮੇਨਸ ਦੇ ਵਿੱਚ ਬੈਠੇ ਨੇ ਉਹਨਾਂ ਦਾ ਆਪਸ ਦੇ ਵਿੱਚ ਕੰਪੀਟੀਸ਼ਨ ਹੈ ਨਾ, ਜਿਹੜੇ ਦੋਨੋਂ ਮੇਨਸ ਔਰ ਇੰਟਰਵਿਊ ਦਾ ਸਕੋਰ ਬਣ ਕੇ ਇੱਕ ਫਾਈਨਲ ਮੈਰਿਟ ਆਏਗੀ। ਤਾਂ ਇਵੈਂਚੁਅਲੀ ਸਾਡੀ ਜਿਹੜੀ ਪ੍ਰੈਪਰੇਸ਼ਨ ਹੈ, ਪਹਿਲਾ ਟਿਪ ਤੁਹਾਨੂੰ ਉਹੀ ਹੈ, ਤੁਹਾਡੀ ਜਿਹੜੀ ਪ੍ਰੈਪਰੇਸ਼ਨ ਆ ਉਹ ਪ੍ਰੀ ਪਲੱਸ ਮੇਨਸ ਹੀ ਹੋਣੀ ਚਾਹੀਦੀ ਹੈ। ਗਲਤੀ ਨਾਲ ਪ੍ਰੀ ਨਿਕਲ ਵੀ ਗਿਆ ਤਾਂ ਮੇਨਸ ਦੇ ਵਿੱਚ ਤੁਸੀਂ ਅਗਰ ਰੈਡੀ ਨਹੀਂ ਹੋ ਤਾਂ ਤੁਸੀਂ ਬਹੁਤ ਕੁਝ ਨਹੀਂ ਕਰ ਸਕਦੇ। ਮੇਨਸ ਅਗੇਨ ਦੇਰ ਆਰ ਲਾਈਕ ਟੋਟਲ 7 ਪੇਪਰਸ। 7 ਪੇਪਰਸ ਦੇ ਵਿੱਚ ਪੰਜਾਬੀ ਦਾ ਵੀ ਪੇਪਰ ਹੈ, ਇੰਗਲਿਸ਼ ਦਾ ਵੀ ਪੇਪਰ ਹੈ, ਤੁਸੀਂ ਐਸੇ ਵੀ ਲਿਖਣਾ, ਤੇ ਸਾਡਾ ਜਨਰਲ ਸਟੱਡੀਜ਼ ਨੂੰ ਵੀ ਇਹਨਾਂ ਨੇ 3 ਪੇਪਰਸ ਦੇ ਵਿੱਚ ਡਿਵਾਈਡ ਕੀਤਾ, 4 ਪੇਪਰਸ ਦੇ ਵਿੱਚ ਡਿਵਾਈਡ ਕੀਤਾ ਹੋਇਆ, ਜਿਹਦੇ ਕਿ ਰਿਟਨ ਪੇਪਰ ਹੋਣੇ ਆ। ਟੋਟਲ 1350 ਨੰਬਰ ਦਾ ਇਹ ਹੈ, 150 ਨੰਬਰ ਦਾ ਇੰਟਰਵਿਊ ਐਂਡ 1500 ਮਾਰਕਸ ਦੇ ਵਿੱਚੋਂ ਤੁਹਾਡੀ ਫਾਈਨਲ ਮੈਰਿਟ ਬਣਨੀ ਹੈ। ਠੀਕ ਹੈ, ਤਾਂ ਇਹਦੀ ਡਿਟੇਲ ਵੀਡੀਓ ਮੈਂ ਉਮੀਦ ਕਰਦਾ ਕਿ ਤੁਸੀਂ ਡਿਟੇਲਡ ਸਿਲੇਬਸ ਜੋ ਹੈ ਉਹ ਆਪਣੇ ਅਕੋਰਡਿੰਗਲੀ ਦੇਖੋਗੇ, ਜਾਂ ਮੇਰੀਆਂ ਪੁਰਾਣੀਆਂ ਵੀਡੀਓਜ਼ ਵੀ ਇੱਥੇ ਹੈ, ਤੁਸੀਂ ਦੇਖ ਸਕਦੇ ਹੋ। ਰਾਈਟ ਨਾਓ ਰੀਅਲ ਉਹਦੇ ਸਿਨੈਰੀਓ 'ਚ ਅਸੀਂ ਗੱਲ ਕਰਦੇ ਹਾਂ ਪ੍ਰੈਕਟੀਕੈਲਿਟੀ। ਸਿਰਫ ਮੋਟੀਵੇਸ਼ਨ ਤਾਂ ਇੱਕ ਬਹੁਤ ਵਧੀਆ ਚੀਜ਼ ਆ, ਤੁਹਾਨੂੰ ਹੋਣੀ ਚਾਹੀਦੀ ਹੈ। ਮੈਂ ਲੈਕਚਰ ਹੀ ਮੋਟੀਵੇਸ਼ਨ ਤੋਂ ਸਟਾਰਟ ਕੀਤਾ। ਮੋਟੀਵੇਸ਼ਨ ਦੇ ਨਾਲ ਨਾਲ ਜਿਹੜੀ ਦੂਜੀ ਚੀਜ਼ ਅਸੀਂ ਦੇਖਣੀ ਦੈਟ ਇਜ਼ ਪ੍ਰੈਕਟੀਕੈਲਿਟੀ। ਪ੍ਰੈਕਟੀਕੈਲਿਟੀ ਇਹ ਹੈ ਕਿ ਤੁਹਾਡਾ ਕੰਪੀਟੀਸ਼ਨ ਕੌਣ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ। ਬੀਇੰਗ ਅ ਵਰਕਿੰਗ ਐਸਪੀਰੈਂਟ ਤੁਹਾਡੇ ਕੋਲੇ ਬੜਾ ਲਿਮਿਟਡ ਟਾਈਮ ਹੈ। ਬਹੁਤ ਸਾਰੇ ਲੋਕ ਨੇ ਜਿਨ੍ਹਾਂ ਕੋਲੇ 4 ਘੰਟੇ ਦਿੰਦੇ ਨੇ, ਇਸ ਤੋਂ ਜ਼ਿਆਦਾ ਉਹ ਨਹੀਂ ਕੱਢ ਸਕਦੇ। ਕੁਛ ਅਗਰ ਟੀਚਿੰਗ ਵਗੈਰਾ ਪ੍ਰੋਫੈਸ਼ਨ ਦੇ ਵਿੱਚ ਨੇ ਉਹਨਾਂ ਕੋਲੇ ਥੋੜ੍ਹਾ ਜਿਹਾ ਟਾਈਮ ਐਕਸਟਰਾ ਹੁੰਦਾ, ਉਹ 7-8 ਘੰਟੇ ਵੀ ਕੱਢ ਲੈਂਦੇ ਨੇ ਨਾ, ਲੇਕਿਨ ਨੋਟ ਮੋਰ ਦੈਨ ਦੈਟ। ਅਗਰ ਤੁਸੀਂ ਹੁਣ ਤੋਂ ਪ੍ਰੈਪਰੇਸ਼ਨ ਸਟਾਰਟ ਕਰ ਰਹੇ ਹੋ ਅਤੇ ਤੁਹਾਡਾ ਕੰਪੀਟੀਸ਼ਨ ਉਹਨਾਂ ਲੋਕਾਂ ਦੇ ਨਾਲ ਹੈ ਜਿਹੜੇ ਕਿ 21-22 ਸਾਲ ਦੀ ਉਮਰ 'ਚ ਹੁਣ ਪ੍ਰੈਪਰੇਸ਼ਨ ਸ਼ੁਰੂ ਕਰ ਰਹੇ ਆ, ਅਤੇ ਉਹਨਾਂ ਕੋਲੇ 12 ਘੰਟੇ ਦਾ ਟਾਈਮ ਵੀ ਫ੍ਰੀ ਹੋ ਸਕਦਾ, ਉਹ 12-12 ਘੰਟੇ ਵੀ ਪੜ੍ਹ ਸਕਦੇ ਨੇ।
ਇੱਕ ਤਾਂ ਤੁਹਾਡਾ ਉਹਨਾਂ ਨਾਲ ਕੰਪੀਟੀਸ਼ਨ ਹੈ, ਦੂਸਰੇ ਜਿਹੜੇ PPSC ਦੇ ਪਿਛਲੇ 2-3 ਪੇਪਰਾਂ ਦੀ ਤਿਆਰੀ ਕਰ ਰਹੇ ਨੇ, ਆਲਰੇਡੀ ਫ੍ਰੀ ਸੀਗੇ ਜਾਂ ਫ੍ਰੀ ਰਹਿ ਕੇ ਉਹਨਾਂ ਨੇ ਤਿਆਰੀ ਕੀਤੀ ਹੈ, ਉਹ ਸਾਰਾ ਉਹ ਸਿਲੇਬਸ ਪੜ੍ਹ ਕੇ ਬੈਠੇ ਨੇ ਜਿਹੜੀਆਂ ਮੈਂ ਤੁਹਾਨੂੰ ਦੇਖਣ ਦੀਆਂ ਗੱਲਾਂ ਕਰ ਰਿਹਾ। ਤਾਂ ਆਲਰੇਡੀ ਜਿਹੜੇ ਰੈਡੀ ਸਟੂਡੈਂਟ ਨੇ, ਕੋਈ ਪਿਛਲੀ ਵਾਰ ਪ੍ਰੀ 'ਚੋਂ ਫੇਲ ਹੋਇਆ, ਕੋਈ ਪਿਛਲੀ ਵਾਰ ਮੇਨਸ 'ਚੋਂ ਫੇਲ ਹੋਇਆ, ਕੋਈ ਫਾਈਨਲ ਲਿਸਟ 'ਚ ਰਿਕਮੈਂਡ ਨਹੀਂ ਹੋਇਆ, ਉਹਨਾਂ ਕੈਂਡੀਡੇਟਸ ਦੇ ਨਾਲ ਤੁਹਾਡਾ ਕੰਪੀਟੀਸ਼ਨ ਹੈ। ਅਪਾਰਟ ਫਰਮ ਦੈਟ ਜਿਹੜੇ ਬੰਦੇ UPSC ਦੀ ਪ੍ਰੈਪਰੇਸ਼ਨ ਕਰ ਰਹੇ ਨੇ ਜਾਂ UPSC ਦੇ 6 ਅਟੈਂਪਟ ਖਤਮ ਕਰਕੇ ਆਪਣੀ ਏਜ 32 ਤੋਂ ਬਾਅਦ PCS ਦੀ ਅਟੈਂਪਟ ਲੈਣਾ ਚਾਹੁੰਦੇ ਨੇ, ਇਹਨਾਂ ਦੇ ਨਾਲ ਤੁਹਾਡਾ ਕੰਪੀਟੀਸ਼ਨ ਹੈ। ਹੁਣ ਅਗਰ ਇਹਨਾਂ ਦੀ ਟਾਈਮ ਅਵੇਲੇਬਿਲਿਟੀ, ਇਹਨਾਂ ਦੀ ਡੈਡੀਕੇਸ਼ਨ ਦੇਖੀਏ ਤਾਂ ਉਹਦੇ ਵਿੱਚ ਤੁਸੀਂ ਲੈਵਲ ਪਲੇਗਰਾਊਂਡ 'ਤੇ ਨਹੀਂ ਹੋ। ਇਹ ਪ੍ਰੈਕਟੀਕੈਲਿਟੀ ਨੂੰ ਸਮਝਣਾ, ਮੈਂ ਤੁਹਾਨੂੰ ਡੀਮੋਟੀਵੇਟ ਨਹੀਂ ਕਰ ਰਿਹਾ, ਦਿਸ ਇਜ਼ ਦੀ ਰਿਐਲਿਟੀ। ਹੁਣ ਇਹ ਰਿਐਲਿਟੀ ਨੂੰ ਅਸੀਂ ਓਵਰਕਮ ਕਰਨਾ। ਬਹੁਤ ਸਾਰੇ ਵਰਕਿੰਗ ਸਟੂਡੈਂਟਸ ਆ ਜਿਨ੍ਹਾਂ ਨੇ ਪਿਛਲੇ 3 ਜਾਂ 4 ਸਾਲਾਂ 'ਚ ਮੈਂ ਦੇਖਿਆ, ਜਦੋਂ ਤੋਂ ਮੈਂ ਇਸ ਕਰੀਅਰ ਦੇ ਵਿੱਚ ਹਾਂ, ਕਿ ਬਹੁਤ ਸਾਰੇ ਵਰਕਿੰਗ ਸਟੂਡੈਂਟਸ ਹਨ ਜਿਹੜੇ ਇਹ ਡਿਫਿਕਲਟੀਜ਼ ਨੂੰ ਓਵਰਕਮ ਕਰਕੇ ਪੇਪਰ ਕਰੈਕ ਕਰਦੇ ਨੇ। ਬਟ ਹਾਊ, ਹਾਊ? ਉਹਦੇ ਲਈ ਤੁਹਾਨੂੰ ਇੱਕ ਚੀਜ਼ ਸਮਝਣੀ ਪਏਗੀ ਕਿ ਦਿਸ ਐਗਜ਼ਾਮਸ ਡਿਮਾਂਡਸ ਕੰਸਿਸਟੈਂਸੀ ਇਨ ਸਟੱਡੀ। ਤੁਸੀਂ ਕੰਸਿਸਟੈਂਟਲੀ ਚੀਜ਼ਾਂ ਪੜ੍ਹਨੀਆਂ ਨੇ। ਪਹਿਲਾਂ ਆਮ ਸਟ੍ਰੈਟਜੀ ਅਸੀਂ ਗੱਲ ਕਰਦੇ ਹਾਂ, ਅਤੇ ਕੰਸਿਸਟੈਂਟਲੀ ਤੁਸੀਂ ਚੀਜ਼ਾਂ ਪੜ੍ਹਨੀਆਂ। ਇਹ ਨਹੀਂ ਹੈਗਾ ਕਿ ਅਗਰ ਤੁਸੀਂ ਇੱਕ ਦਿਨ 15 ਘੰਟੇ ਪੜ੍ਹ ਲਿਓ ਤਾਂ ਅਗਲੇ 6 ਦਿਨ ਤੁਸੀਂ ਕੁਝ ਦੇਖਿਆ ਹੀ ਨਹੀਂ। ਪਹਿਲੀ ਡਿਮਾਂਡ ਹੈ ਕੰਸਿਸਟੈਂਸੀ, ਦੂਜੀ ਡਿਮਾਂਡ ਹੈ ਕੁਆਲਿਟੀ। ਹੁਣ ਉਹ ਕਿਸ ਤਰੀਕੇ ਨਾਲ ਹੋਏਗੀ? ਇਹ ਤੁਹਾਡੇ ਸਪੈਸ਼ਲ ਵਰਕਿੰਗ ਲੋਕਾਂ ਲਈ ਮੈਂ ਇੱਥੇ X ਤੇ Y ਅਮਾਊਂਟ ਆਫ ਟਾਈਮ ਰੱਖਿਆ। ਕਿਉਂ ਰੱਖਿਆ? ਕਿਉਂਕਿ ਇੱਕ ਜਿਹੜਾ ਐਸਪੈਰੈਂਟ ਬਿਲਕੁਲ ਫ੍ਰੀ ਹੈ, ਉਹਦੇ ਕੋਲੇ ਦਿਨ 'ਚ 15 ਘੰਟੇ ਵੀ ਫ੍ਰੀ ਹੋ ਸਕਦੇ ਨੇ, ਉਹ ਡੇਲੀ 15 ਘੰਟੇ ਵੀ ਪੜ੍ਹ ਸਕਦਾ। ਤਾਂ ਪਹਿਲੀ ਪ੍ਰੈਕਟੀਕਲ ਸੋਲਿਊਸ਼ਨ ਤੁਹਾਡੇ ਲਈ ਇਹ ਹੈ ਕਿ ਅਗਰ ਤੁਹਾਡੀ ਜੌਬ 8 ਘੰਟੇ ਦੀ ਹੈ, 8 ਤੋਂ 10 ਘੰਟੇ ਤੁਹਾਨੂੰ ਕਾਮਨ ਜ਼ਿੰਦਗੀ ਜੀਣ ਲਈ ਚਾਹੀਦੇ ਨੇ, ਤਾਂ ਬੇਸਿਕਲੀ 6 ਘੰਟੇ ਦਾ ਟਾਈਮ ਤੁਹਾਡੇ ਕੋਲੇ ਬਚਦਾ, ਉਹ 6 ਘੰਟੇ ਹੀ ਤੁਸੀਂ ਇੱਥੇ ਲਗਾ ਸਕਦੇ ਹੋ। ਇਫ ਯੂ ਹੈਵ 6 ਆਵਰਸ ਸਪੇਅਰ, ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਇਸ ਗੱਲ ਨੂੰ ਲੈ ਕੇ ਰੋਂਦੇ ਰਹੋ ਔਰ ਤੁਸੀਂ ਕੰਪੇਅਰ ਕਰੋ ਕਿ ਇੱਕ ਐਸਪੈਰੈਂਟ ਜਿਹੜਾ ਕੋਈ ਤੁਸੀਂ ਲਾਇਬ੍ਰੇਰੀ 'ਚ ਦੇਖ ਲਿਆ, ਕਿੱਥੇ ਦੇਖ ਲਿਆ, ਕਿ ਤਾਂ ਸਾਰਾ ਦਿਨ ਹੀ ਪੜ੍ਹਦਾ ਰਹਿੰਦਾ, ਮੈਂ ਤਾਂ ਕਰ ਨਹੀਂ ਸਕਦਾ। ਜਾਂ ਤੁਸੀਂ ਕੀ ਕਰੋਗੇ? ਸੈਕੰਡਲੀ ਜਾਂ ਤਾਂ ਡੀਮੋਟੀਵੇਟ ਹੋ ਜਾਓਗੇ, ਸੈਕੰਡਲੀ ਤੁਸੀਂ ਉਹਨੂੰ ਪੇਸ ਅਪ ਕਰਨ ਦੀ ਕੋਸ਼ਿਸ਼ ਕਰੋਗੇ ਕਿ ਮੈਂ ਕਿਤੇ ਪਿੱਛੇ ਨਾ ਰਹਿ ਜਾ। ਇਹਦੇ ਨਾਲ ਕੀ ਹੋਏਗਾ? ਤੁਹਾਡਾ ਸਿਲੇਬਸ ਤਾਂ ਸ਼ਾਇਦ ਕਵਰ ਹੋ ਜੇ ਪੇਸ ਅਪ ਕਰਕੇ, ਲੇਕਿਨ ਉਸ ਸਿਲੇਬਸ ਦੀ ਜਿਹੜੀ ਕੁਆਲਿਟੀ ਆ ਉਹ ਕੰਪਰੋਮਾਈਜ਼ ਹੋ ਜਾਏਗੀ। ਹੁਣ ਕੰਪੀਟੀਟਿਵ ਐਗਜ਼ਾਮ ਹੈ, ਅਗਰ ਤੁਸੀਂ PCS ਦੀ ਤਿਆਰੀ ਦੇ ਲਈ ਹਿਸਟਰੀ ਪੜ੍ਹ ਰਹੇ ਹੋ ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਹਿਸਟੋਰੀਅਨ ਬਣ ਰਹੇ ਹੋ, ਜਾਂ ਤੁਸੀਂ ਜੀਓਗ੍ਰਾਫੀ ਪੜ੍ਹ ਰਹੇ ਹੋ ਤਾਂ ਕੋਈ ਬਹੁਤ ਅੱਛੇ ਤੁਸੀਂ ਜੀਓਲੋਜਿਸਟ ਬਣ ਜਾਓਗੇ ਜਾਂ ਜੀਓਗ੍ਰਾਫੀ 'ਚ ਕੋਈ ਮਹਾਰਤ ਹਾਸਿਲ ਕਰ ਲਓਗੇ। ਅਸੀਂ ਪੜ੍ਹ ਰਹੇ ਹਾਂ ਕਿ ਪੇਪਰ ਕਰੈਕ ਕਰਨ ਲਈ। ਪੇਪਰ ਜਿਹੜਾ ਹੈ ਪ੍ਰੀਲਿਮਸ ਦੇਖ ਲਓ, ਮੇਨਸ ਦੇਖ ਲਓ, ਗੱਲ ਕਰਦਾ ਸਕੋਰ ਦੀ, ਐਕਿਊਰੇਸੀ ਦੀ। ਪ੍ਰੀ ਦੇ ਵਿੱਚ ਅਗਰ ਤੁਹਾਡੇ ਕੁਐਸਚਨ ਠੀਕ ਨੇ, ਕੋਈ ਫਰਕ ਨਹੀਂ ਪੈਂਦਾ ਤੁਸੀਂ ਕਿੰਨੀਆਂ ਕਿਤਾਬਾਂ ਪੜ੍ਹੀਆਂ ਜਾਂ ਕਿੰਨੀਆਂ ਨਹੀਂ ਪੜ੍ਹੀਆਂ। ਤਾਂ ਬੇਸਿਕਲੀ ਅਗਰ ਤੁਹਾਡੀ ਕੁਆਲਿਟੀ ਕੰਪਰੋਮਾਈਜ਼ ਹੋ ਜਾਏਗੀ ਸਿਲੇਬਸ ਦੀ ਕੁਆਂਟਿਟੀ ਨੂੰ ਕਵਰ ਕਰਨ ਲਈ, ਤਾਂ ਪੇਪਰ ਦੇ ਵਿੱਚ ਜਾ ਕੇ ਤੁਹਾਡੇ ਤੋਂ ਕੁਐਸਚਨ ਨਹੀਂ ਠੀਕ ਹੋਣੇ। ਕੁਐਸਚਨ ਨਹੀਂ ਠੀਕ ਹੋਏ ਤਾਂ ਤੁਹਾਡੀ ਨੌਲੇਜ ਮੇਰੇ ਕਿਸੇ ਕੰਮ ਦੀ ਨਹੀਂ ਹੈ, ਤੁਹਾਡੇ ਵੀ ਕਿਸੇ ਕੰਮ ਦੀ ਨਹੀਂ ਹੈ, ਬਿਕੋਜ਼ ਤੁਸੀਂ ਆਲਰੇਡੀ ਜੌਬ ਸੈਟਲਡ ਹੋ, ਤੁਹਾਡੀ ਐਜੂਕੇਸ਼ਨ ਪੂਰੀ ਹੋ ਚੁੱਕੀ ਹੈ, ਤੁਹਾਨੂੰ ਕੋਈ ਮਤਲਬ ਨਹੀਂ ਹੈ ਹਿਸਟਰੀ ਪੋਲਿਟੀ ਪੜ੍ਹਨ ਦਾ। ਅਗਰ ਤੁਹਾਡੇ ਕੁਐਸਚਨ ਠੀਕ ਨਹੀਂ ਹੋ ਰਹੇ ਹੈ ਤਾਂ ਤੁਹਾਡੀ ਜਿਹੜੀ ਪ੍ਰੈਪਰੇਸ਼ਨ 'ਚ ਲਾਇਆ ਗਿਆ ਟਾਈਮ ਆ ਉਹ ਵੇਸਟ ਹੈ। ਤਾਂ ਅਸੀਂ ਕੁਆਲਿਟੀ ਨੂੰ ਇਸ ਲਈ ਕੰਪਰੋਮਾਈਜ਼ ਨਹੀਂ ਕਰਦੇ। ਤਾਂ ਤੁਸੀਂ ਇੱਕ ਗੱਲ ਨੂੰ ਬੜੇ ਪ੍ਰੈਕਟੀਕਲੀ ਸਮਝਣਾ ਕਿ ਮੇਰੇ ਕੋਲ ਜਿੰਨਾ ਟਾਈਮ ਹੈ ਮੈਂ ਉਹਨੂੰ ਹੀ ਫਰੂਟਫੁਲੀ ਲਗਾਵਾਂਗਾ, ਉਹਦੇ ਵਿੱਚ ਹੀ ਮੈਂ ਕੁਆਲਿਟੀ ਆਪਣੀ ਕੰਪਰੋਮਾਈਜ਼ ਨਹੀਂ ਹੋਣ ਦੇਵਾਂਗਾ। ਜਿੱਥੇ ਲੋਕਾਂ ਦਾ ਨੋਰਮਲ ਇੱਕ ਸਟੂਡੈਂਟ ਦਾ ਅਗਰ 7 ਮਹੀਨੇ ਸਿਲੇਬਸ ਪੂਰਾ ਹੋ ਰਿਹਾ ਜਾਂ 8 ਮਹੀਨੇ ਸਿਲੇਬਸ ਪੂਰਾ ਹੋ ਰਿਹਾ, ਤੁਹਾਡਾ 10 'ਚ ਹੋ ਜਾਏਗਾ, 11 'ਚ ਹੋ ਜਾਏਗਾ। ਇਸ ਸਾਲ ਨਹੀਂ ਦੇਵੋਗੇ ਤਾਂ ਅਗਲੇ ਸਾਲ ਦੇ ਦੋਗੇ। ਇਸ ਪ੍ਰੈਕਟੀਕਲ ਬੈਰੀਅਰ ਨੂੰ ਅੰਡਰਸਟੈਂਡ ਕਰਕੇ ਚੱਲਣਾ, ਤੁਹਾਡੀ ਪ੍ਰੈਪਰੇਸ਼ਨ ਬਹੁਤ ਵਧੀਆ ਹੋ ਜਾਏਗੀ, ਤੁਹਾਡੀ ਪਰਫਾਰਮੈਂਸ ਬਹੁਤ ਅੱਛੀ ਜਾਏਗੀ ਅੱਗੇ ਜਾ ਕੇ। ਸਿਲੈਕਸ਼ਨ ਦੇ ਚਾਂਸਸ ਵੀ ਕਾਫੀ ਹਾਈ ਨੇ। ਅਗਰ ਤੁਸੀਂ ਇੱਥੇ ਉਹ ਨਾਰਮਲ ਐਸਪੈਰੈਂਟਸ ਤਰ੍ਹਾਂ ਬਿਹੇਵ ਕਰੋਗੇ ਜਿਨ੍ਹਾਂ ਕੋਲੇ ਪੂਰਾ ਡੇ ਫਰੀ ਹੈ, ਤਾਂ ਤੁਸੀਂ ਆਪਣੀ ਕੁਆਲਿਟੀ 'ਤੇ ਕੰਪਰੋਮਾਈਜ਼ ਕਰ ਲਓਗੇ। 1-1.5 ਸਾਲ ਜੀਵਨ ਜੀਣਾ ਵੀ ਕੰਪਰੋਮਾਈਜ਼ ਹੋਏਗਾ, ਕਿਉਂਕਿ ਸਾਰਾ ਦਿਨ ਤਾਂ ਕਿਤਾਬਾਂ ਚਲਾਤਾ ਨੌਕਰੀ ਤੋਂ ਬਾਅਦ, ਔਰ ਉਸ ਤੋਂ ਬਾਅਦ ਰਿਜ਼ਲਟ ਵੀ ਕੋਈ ਨਹੀਂ ਨਿਕਲਣਾ। ਠੀਕ ਹੈ, ਤਾਂ ਇਸ ਪਹਿਲੀ ਗੱਲ ਨੂੰ ਧਿਆਨ ਨਾਲ ਸਮਝਣਾ। ਆਪਣਾ ਟਾਈਮ ਆਪਣੇ ਅਕੋਰਡਿੰਗਲੀ, ਨਾਰਮਲ ਬੰਦਾ 7-8 ਮਹੀਨੇ ਸਿਲੇਬਸ ਪੂਰਾ ਕਰਦਾ, ਤੁਸੀਂ ਆਪਣੇ ਟਾਈਮ ਦੇ ਅਕੋਰਡਿੰਗਲੀ ਅਗਰ ਤੁਸੀਂ ਦਿਨ 'ਚ 8 ਘੰਟੇ 8 ਆਵਰਸ ਦੀ ਸਟੱਡੀ ਕਰਦੇ ਹੋ ਤਾਂ ਤੁਹਾਡਾ ਸਿਲੇਬਸ ਜਿਹੜਾ ਉਹ 8 ਮਹੀਨੇ 'ਚ ਪੂਰਾ ਹੋ ਜਾਂਦਾ, 8 ਤੋਂ 10 ਮਹੀਨੇ 'ਚ ਪੂਰਾ ਹੋ ਜਾਂਦਾ। ਅਗਰ ਤੁਸੀਂ ਇਹਨੂੰ ਘੱਟ ਕਰ ਦੋਗੇ, 6 ਕਰ ਦੋਗੇ, 4 ਕਰ ਦੋਗੇ, ਤਾਂ ਉਹਦੇ ਅਕੋਰਡਿੰਗਲੀ ਟਾਈਮ ਵੱਧ ਜਾਏਗਾ ਐਂਡ ਇਟਸ ਓਕੇ। ਇਹਦੇ 'ਚ ਕੋਈ ਪ੍ਰੋਬਲਮ ਨਹੀਂ ਹੈ। ਅਸੀਂ ਇੱਕ GS ਦੇ ਵਿੱਚ ਅਸੀਂ ਬਹੁਤ ਸਾਰੇ ਸਬਜੈਕਟ ਪੜ੍ਹਨੇ ਆ, ਇੱਕ ਸਬਜੈਕਟ ਐਟ ਅ ਟਾਈਮ ਪੜ੍ਹਾਂਗੇ, ਉਹਦੇ ਅਕੋਰਡਿੰਗਲੀ ਮੂਵ ਕਰਦੇ ਰਹਾਂਗੇ, ਤਾਂ ਇਹਦੇ 'ਚ ਕੋਈ ਇਸ਼ੂ ਨਹੀਂ ਹੈ। ਦੂਸਰੀ ਗੱਲ, ਅਪਰੋਚ ਕੀ ਹੋਣੀ ਚਾਹੀਦੀ ਹੈ। ਬਹੁਤ ਸਾਰੇ ਸਟੂਡੈਂਟਸ ਨੇ, ਹਾਲਾਂਕਿ ਮੈਂ ਇਸ ਵੀਡੀਓ 'ਚ ਬੁੱਕਸ ਦੀ ਗੱਲ ਨਹੀਂ ਕਰਾਂਗਾ, ਬੁੱਕਸ ਇਹ ਕਿਉਂਕਿ ਸੈਸ਼ਨ ਬਹੁਤ ਲੰਬਾ ਹੋ ਜਾਏਗਾ। ਬੁੱਕਸ ਦੀ ਗੱਲ ਅਸੀਂ ਕਿਸੇ ਹੋਰ ਵੀਡੀਓ 'ਚ ਕਰ ਲਾਂਗੇ, ਜਾਂ ਮੈਂ ਆਲਰੇਡੀ ਕੀਤੀ ਹੋਣੀ ਹੈ, ਤੁਹਾਨੂੰ ਪਤਾ ਵੀ ਲੱਗ ਜਾਏਗਾ। ਔਰ ਇੰਟਰਨੈਟ 'ਤੇ ਬਹੁਤ ਸਾਰੇ ਲੋਕ ਨੇ ਸਲਾਹਾਂ ਦੇਣ ਦੀ ਕਿਤਾਬਾਂ ਕਿਹੜੀਆਂ ਪੜ੍ਹਨੀ। ਦੂਜੀ ਗੱਲ ਹੈ ਕਿ ਬੇਸਿਕਸ ਅਪਰੋਚ ਤੁਹਾਡੀ ਜਿਹੜੀ ਆ, ਹਮੇਸ਼ਾ ਤੁਸੀਂ ਬੇਸਿਕਸ ਤੋਂ ਸਟਿਕ ਰਹਿਣਾ। ਆਲਵੇਜ਼ ਸਟਿਕ ਟੂ ਬੇਸਿਕਸ। NCERT ਪੜ੍ਹਨੀ ਆ, ਇੱਕ ਸਬਜੈਕਟ ਦੀਆਂ +1 +2 ਪੜ੍ਹ ਲਓ, ਇਸ ਤੋਂ ਪਿੱਛੇ ਨਹੀਂ ਵੀ ਜਾਓਗੇ ਤਾਂ ਕੋਈ ਪ੍ਰੋਬਲਮ ਨਹੀਂ ਹੈ।
ਨੋਰਮਲੀ ਗੱਲ ਹੁੰਦੀ ਹੈ ਕਿ 6ਵੀਂ ਤੋਂ 12ਵੀਂ ਦੀ NCERTs ਪੜ੍ਹਨੀਆਂ ਚਾਹੀਦੀਆਂ। ਮੈਨੂੰ ਇਹ ਲੱਗਦਾ ਕਿ 80-90% ਜਿਹੜੇ ਕੁਐਸਚਨ ਆ ਉਹ +1 +2 ਦੀਆਂ ਬੁੱਕਸ ਤੋਂ ਕਵਰ ਹੋ ਜਾਂਦੇ ਨੇ। ਅਸੀਂ ਉਹਨਾਂ ਬੁੱਕਸ ਦੀ NCERT ਪਿਛਲੀਆਂ ਕਲਾਸਿਸ ਦੀ ਪੜ੍ਹਦੇ ਹਾਂ। ਇੱਕ ਤਾਂ ਜਿਵੇਂ ਕਿ ਸਾਇੰਸ ਹੋ ਗਿਆ, ਜਾਂ ਐਸੇ ਸਬਜੈਕਟ ਲੈਟਸ ਸੇ ਤੁਸੀਂ ਜੋਗਰਾਫੀ ਪੜ੍ਹ ਰਹੇ ਹੋ, ਤੁਸੀਂ +1 +2 ਦੀ ਜੋਗਰਾਫੀ ਪੜ੍ਹ ਰਹੇ ਹੋ, ਤੁਹਾਨੂੰ ਕੁਝ ਸਮਝ ਨਹੀਂ ਆ ਰਿਹਾ, ਤਾਂ ਅਸੀਂ ਬੈਕ ਟਰੈਕ ਕਰ ਲੈਂਦੇ ਹਾਂ ਕਿ ਜੀ 10th ਪੜ੍ਹ ਲਾ, ਹੈ ਨਾ। ਵਰਕਿੰਗ ਲੋਕਾਂ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਅਸੀਂ ਹਰੇਕ ਚੀਜ਼ ਨੂੰ ਬਹੁਤ ਹੀ ਬੇਸਿਕ ਲੈਵਲ ਤੋਂ ਜਾ ਕੇ ਪੜ੍ਹੀਏ, ਬਟ ਸਟਿਲ ਜਿੱਥੋਂ ਕੁ ਸਮਝ ਆ ਜਾਏ ਉਹਨਾਂ ਕੁ ਠੀਕ ਹੈ। ਤਾਂ +1 +2 ਇਜ਼ ਮਸਟ। ਅਗਰ ਉੱਥੋਂ ਨਹੀਂ ਸਮਝ ਲੱਗ ਰਹੀ ਤਾਂ ਅਸੀਂ ਬੈਕ ਟਰੈਕ ਕਰ ਸਕਦੇ ਹਾਂ ਕਿ 10th ਪੜ੍ਹ ਲਓ, 10th ਨਹੀਂ ਉੱਥੇ ਵੀ ਗ੍ਰਿਪ ਨਹੀਂ ਬਣ ਰਿਹਾ ਤਾਂ ਅਸੀਂ 9th ਜਾ ਸਕਦੇ ਹਾਂ। ਦੂਜੀ ਗੱਲ ਹੈ ਜੀ, ਕੰਸਿਸਟੈਂਟਲੀ ਸਟੈਂਡਰਡ ਬੁੱਕਸ ਨਾਲ ਫੋਲੋ ਕਰਦੇ ਰਹਿਣਾ, ਕਿ ਜਿਸ ਤਰੀਕੇ ਨਾਲ ਪੋਲਿਟੀ 'ਚ ਲਕਸ਼ਮੀਕਾਂਤ ਰਿਕਮੈਂਡਡ ਹੈ, ਜੋਗਰਾਫੀ 'ਚ GC ਲਿਓਂਗ ਰਿਕਮੈਂਡਡ ਹੈ, ਬਾਕੀ NCERTs ਤੋਂ ਕਵਰ ਹੋ ਜਾਂਦਾ। ਸਿਮਿਲਰਲੀ ਹਰੇਕ ਸਬਜੈਕਟ ਦੀ ਇੱਕ ਸਟੈਂਡਰਡ ਬੁੱਕ ਆਪਾਂ ਪੜ੍ਹਨੀ ਹੈ। ਸਟੈਂਡਰਡ ਬੁੱਕ ਪੜ੍ਹਨ ਦੇ ਨਾਲ ਅਸੀਂ ਕਰਨੀ ਹੈ ਪ੍ਰੈਕਟਿਸ। ਪ੍ਰੀ ਦੀ ਪ੍ਰੈਕਟਿਸ ਜਿਹੜੀ ਆ ਉਹ day 1 ਤੋਂ ਹੀ ਸਟਾਰਟ ਹੋ ਜਾਂਦੀ ਹੈ। ਮੇਨਸ ਜਿਹੜਾ ਤੁਸੀਂ ਆਨਸਰ ਰਾਈਟਿੰਗ ਆ ਉਹ day 1 ਤੋਂ ਨਹੀਂ ਸਟਾਰਟ ਕਰਨਾ। ਬਹੁਤ ਸਾਰੇ ਰਿਕਮੈਂਡਡ ਟੀਚਰ ਜਿਹੜੇ ਅਕਲੇਮਡ ਟੀਚਰ ਆ ਉਹ ਵੀ ਇਹ ਬੋਲਦੇ ਨੇ ਕਿ ਪਹਿਲੇ ਦਿਨ ਤੋਂ ਸਟਾਰਟ ਕਰ ਦਿਓ, ਲੇਕਿਨ ਮੈਂ ਵਰਕਿੰਗ ਲੋਕਾਂ ਨੂੰ ਇਹ ਰਿਕਮੈਂਡ ਨਹੀਂ ਕਰਾਂਗਾ। ਤੁਸੀਂ ਪਹਿਲਾਂ ਐਟਲੀਸਟ GS ਦੇ 3-4 ਸਬਜੈਕਟ ਕਵਰ ਕਰ ਲਓ। ਆਪਣੇ 2-3 ਮਹੀਨੇ ਦੀ ਜਰਨੀ ਤੋਂ ਬਾਅਦ ਤੁਸੀਂ ਮੇਨਸ ਆਨਸਰ ਰਾਈਟਿੰਗ 'ਤੇ ਆਉਂਗੇ ਤਾਂ ਤੁਹਾਨੂੰ ਹੋਲਡ ਵੀ ਬਣੇਗਾ, ਤੁਹਾਡੇ ਕੋਲ ਟਾਈਮ ਵੀ ਮੈਨੇਜ ਹੋ ਜਾਏਗਾ। ਠੀਕ ਹੈ, ਜਿਹੜੀ ਪ੍ਰੀ ਦੀ ਪ੍ਰੈਕਟਿਸ ਆ ਉਹ ਪਹਿਲੇ ਦਿਨ ਤੋਂ ਹੀ ਸਟਾਰਟ ਹੋ ਜਾਣੀ ਚਾਹੀਦੀ ਹੈ ਇਨ ਦੀ ਫਾਰਮ ਆਫ ਮਲਟੀਪਲ ਚੋਇਸ ਕੁਐਸਚਨਸ। ਮੰਨ ਲਓ ਤੁਸੀਂ ਕੋਈ ਟੌਪਿਕ ਰੀਡ ਕਰ ਰਹੇ ਹੋ, ਉਹ ਟੌਪਿਕ ਰੀਡ ਕਰਿਆ ਤੁਹਾਡੇ ਕਿਸੇ ਕੰਮ ਨਹੀਂ ਆਉਣਾ ਜਦੋਂ ਤੱਕ ਉਸ ਟੌਪਿਕ 'ਤੇ ਆਏ ਕੁਐਸਚਨ ਤੁਸੀਂ ਠੀਕ ਨਹੀਂ ਕਰਦੇ। ਉਹ ਕੁਐਸਚਨਸ ਕਿਵੇਂ ਠੀਕ ਹੋਣਗੇ? ਅਗਰ ਤੁਸੀਂ ਉਹ ਟੌਪਿਕ ਦੇ ਰਿਲੇਟਡ ਮਲਟੀਪਲ ਚੋਇਸ ਕੁਐਸਚਨਸ ਸੋਲਵ ਕਰ ਲਓਗੇ। ਠੀਕ ਹੈ, ਇਹ ਬਹੁਤ ਜਗ੍ਹਾ ਅਵੇਲੇਬਲ ਹੁੰਦੇ, ਮਿਲ ਜਾਂਦੇ ਨੇ। ਇਹ ਸਾਰੀਆਂ ਚੀਜ਼ਾਂ ਤੁਸੀਂ ਡੇਲੀ ਬੇਸਿਸ ਕੰਸਿਸਟੈਂਸੀ ਦੇ ਨਾਲ ਕਰਨੀ ਹੈ, ਔਰ ਇਹ ਸਹੀ ਤੁਹਾਡੀ ਅਪਰੋਚ ਜਿਹੜੀ ਹੈ ਉਹ ਸਹੀ ਜਾ ਰਹੀ ਹੈ, ਜਾਂ ਤੁਹਾਡੀ ਜਿਹੜੀ ਅਕਾਊਂਟੇਬਿਲਿਟੀ ਆ ਉਹ ਬਣੀ ਰਵੇ। ਤੁਹਾਡਾ ਜਿਹੜਾ ਇੱਕ ਉਹ ਨਹੀਂ ਹੁੰਦਾ ਕਿ ਇੱਕ ਟੀਚਰ ਜਾਂ ਇੱਕ ਮੈਂਟਰ ਜਾਂ ਇੱਕ ਕੋਈ ਵੀ ਐਲਡਰ ਜਿਹੜਾ ਸਾਡੇ ਸਿਰ 'ਤੇ ਖੜਾ ਰਹਿੰਦਾ ਕਿ ਹਾਂਜੀ ਮੈਂ ਇਹਨੂੰ ਦੱਸਣਾ, ਮੈਂ ਪੜ੍ਹਨਾ, ਤਾਂ ਇੱਕ ਮੈਂਟਰ ਹੋਣਾ ਚਾਹੀਦਾ। ਇਹ ਸਾਰੀਆਂ ਚੀਜ਼ਾਂ ਮੇਨਟੇਨ ਕਰਨ ਲਈ ਤੁਹਾਡੀ ਕੁਆਲਿਟੀ ਠੀਕ ਚੱਲ ਰਹੀ ਹੈ, ਤੁਹਾਡੇ ਕੁਐਸਚਨਸ ਠੀਕ ਹੋ ਰਿਹਾ ਜਾਂ ਨਹੀਂ ਹੋ ਰਹੇ ਤਾਂ ਕਿਉਂ ਨਹੀਂ ਹੋ ਰਹੇ, ਤੁਸੀਂ ਕਿਹੜਾ ਸੋਰਸ ਪੜ੍ਹ ਰਹੇ ਹੋ, ਇਹ ਸਾਰੀਆਂ ਚੀਜ਼ਾਂ ਲਈ ਤੁਹਾਨੂੰ ਇੱਕ ਮੈਂਟਰ ਸਪੋਰਟ ਜ਼ਰੂਰੀ ਹੈ। ਇਹ ਮੈਂਟਰ ਕੋਈ ਵੀ ਹੋ ਸਕਦਾ, ਤੁਹਾਡਾ ਕੋਈ ਸੀਨੀਅਰ ਹੋ ਸਕਦਾ ਜਿਹਨੇ ਇਹ ਪੇਪਰ ਕਰੈਕ ਕੀਤਾ, ਜਾਂ ਤੁਹਾਡਾ ਕੋਈ ਐਸਾ ਬੰਦਾ ਜਿਹਨੇ ਇਹ ਸਾਰਾ ਪ੍ਰੋਸੈਸ ਦੇਖਿਆ, 3-4 ਅਟੈਂਪਟ ਦਿੱਤੇ, ਇੰਟਰਵਿਊ ਤੱਕ ਗਿਆ। ਉਹ ਸਾਰੇ ਲੋਕ ਤੁਹਾਨੂੰ ਮੈਂਟਰ ਕਰ ਸਕਦੇ ਨੇ, ਹੈ ਨਾ। YouTube 'ਤੇ ਹਰੇਕ ਮੈਂਟਰ ਤੋਂ ਬਚਣਾ, ਕਿਸੇ ਇੱਕ ਨੂੰ ਫੋਲੋ ਕਰ ਲਓ। ਆਲਦੋ ਮੈਂ ਵੀ YouTube 'ਤੇ ਤੁਹਾਨੂੰ ਦੱਸ ਰਿਹਾ, ਬਟ ਹਰੇਕ ਬੰਦਾ YouTube 'ਤੇ ਸਹੀ ਗੱਲ ਦੱਸੇ ਜਾਂ ਤੁਹਾਨੂੰ ਹਰੇਕ ਦੱਸੀ ਕੀ ਗੱਲ ਸੂਟ ਕਰੇ ਇਹ ਜ਼ਰੂਰੀ ਨਹੀਂ ਆ। ਹੋ ਸਕਦਾ ਮੇਰੀਆਂ ਗੱਲਾਂ ਬਹੁਤ ਸਾਰੇ ਲੋਕਾਂ ਨੂੰ ਸੂਟ ਨਾ ਕਰਨ, ਉਹਨਾਂ ਦੇ ਜਿਹੜਾ ਲਾਈਫ ਸਟਾਈਲ ਹੈ ਜਾਂ ਜਿਹੜਾ ਉਹਨਾਂ ਦਾ ਰੀਡਿੰਗ ਸਟਾਈਲ ਹੈ ਉਹਨਾਂ ਨੂੰ ਵਧੀਆ ਨਾ ਲੱਗਣ। ਤਾਂ ਬਹੁਤ ਜ਼ਿਆਦਾ ਟਾਈਮ YouTube 'ਤੇ ਨਾ ਸਪੈਂਡ ਕਰਦੇ ਹੋਏ ਇੱਕ ਕੋਈ ਵੀ ਐਕਸਪੀਰੀਅੰਸਡ ਮੈਂਟਰ ਤੁਹਾਡੇ ਕੋਲ ਤੁਹਾਡੇ ਟੱਚ ਦੇ ਵਿੱਚ ਹੋਣਾ ਚਾਹੀਦਾ। ਅਗਰ ਨਹੀਂ ਹੈ ਤਾਂ ਤੁਸੀਂ ਕਿਸੇ ਪ੍ਰੋਫੈਸ਼ਨਲਸ ਦੀ ਹੈਲਪ ਲੈ ਸਕਦੇ ਹੋ। ਤੁਸੀਂ ਮਤਲਬ ਕੋਚਿੰਗਸ ਵਗੈਰਾ ਆਪਟ ਕਰ ਸਕਦੇ ਹੋ, ਜੋ ਲੋਕ ਅਫੋਰਡ ਕਰ ਸਕਦੇ ਨੇ, ਤਾਂ ਉਹ ਵੀ ਤੁਹਾਨੂੰ ਹੈਲਪ ਕਰ ਦੇਣਗੇ। ਠੀਕ ਹੈ, ਤਾਂ ਇਹ ਚੀਜ਼ਾਂ ਜਿਹੜੀਆਂ ਨੇ ਇਹ ਅਪਰੋਚ ਦੇ ਨਾਲ ਅਗਰ ਤੁਸੀਂ ਅੱਗੇ ਵਧੋਗੇ ਤਾਂ ਤੁਹਾਡੀ ਪ੍ਰੈਪਰੇਸ਼ਨ ਜਿਹੜੀ ਆ ਉਹ ਹੋ ਜਾਏਗੀ, ਐਂਡ ਤੁਹਾਡੇ ਸਿਲੈਕਸ਼ਨ ਦੇ ਚਾਂਸਿਸ ਕਾਫੀ ਬਰਾਈਟ ਹੋ ਜਾਣਗੇ। ਲਾਸਟ ਚੀਜ਼, ਵਰਕਿੰਗ ਲੋਕਾਂ ਲਈ ਇੱਕ ਹੋਰ ਬੈਰੀਅਰ ਕੀ ਆਉਂਦਾ ਕਿ ਜੀ ਨੋਟਸ ਬਣਾਉਣੇ ਬਹੁਤ ਔਖੇ ਨੇ। ਨੋਟਸ ਬਣਾਉਣੇ ਤਾਂ ਇੱਥੇ ਅਸੀਂ ਪਿਕ ਐਂਡ ਚੂਜ਼ ਕਰਦੇ ਹਾਂ। ਜਿਸ ਤਰੀਕੇ ਨਾਲ ਪ੍ਰੀ ਦੇ ਕਰੰਟ ਅਫੇਅਰ ਹੁੰਦੇ ਆ, ਉਹਨਾਂ ਦੇ ਨੋਟਸ ਬਣਾਉਣ ਦੀ ਵਰਕਿੰਗ ਲੋਕਾਂ ਕੋਲ ਨਾ ਤਾਂ ਟਾਈਮ ਹੈ ਅਤੇ ਨਾ ਹੀ ਤੁਹਾਨੂੰ ਲੋੜ ਹੈ। ਟਾਈਮ ਕਿਉਂ ਨਹੀਂ ਹੈ? ਬਿਕੋਜ਼ ਅਗਰ ਅਸੀਂ ਸਪੈਸੀਫਿਕਲੀ ਕਰੰਟ ਅਫੇਅਰ ਦੀ ਗੱਲ ਕਰ ਲੈਂਦੇ ਹਾਂ ਤਾਂ ਬਹੁਤ ਸਾਰੇ ਸੋਰਸਿਸ ਆ ਜਾਂਦੇ ਕਰੰਟ ਅਫੇਅਰ 'ਚ, ਕਿ ਜੀ ਦ ਹਿੰਦੂ ਪੜ੍ਹਨਾ, ਇੰਡੀਅਨ ਐਕਸਪ੍ਰੈਸ ਪੜ੍ਹਨਾ, ਟ੍ਰਿਬਿਊਨ ਸਟੇਟ ਦੇ ਆਰਟੀਕਲਸ ਆਉਂਦੇ ਨੇ, ਕੋਈ ਮੰਥਲੀ ਕਰੰਟ ਅਫੇਅਰ ਮੈਗਜ਼ੀਨ ਹੈ, ਯੋਜਨਾ, ਕੁਰੂਕਸ਼ੇਤਰ। ਅਗਰ ਤੁਸੀਂ ਪੜ੍ਹਨ ਬੈਠੋਗੇ ਨਾ ਤਾਂ ਲੰਬੀ ਲਿਸਟ ਆ। ਇਹਨਾਂ ਦੇ ਨੋਟਸ ਬਣਾਉਣੇ ਤਾਂ ਹੋਰ ਬਹੁਤ ਤੁਹਾਡਾ ਜਾਈਗੈਂਟਿਕ ਟਾਸਕ ਹੋ ਜਾਏਗਾ। ਦਿਨ ਦੇ 4 ਘੰਟੇ ਇੱਥੇ ਹੀ ਚਲੇ ਜਾਣੇ, ਐਂਡ ਕੁਛ ਲੋਕ ਐਸੇ ਨੇ ਜਿਨ੍ਹਾਂ ਕੋਲ ਹੁੰਦੇ ਹੀ 4-5 ਘੰਟੇ। ਤਾਂ ਮੈਂ ਇਹ ਰਿਕਮੈਂਡ ਕਰਦਾ ਕਿ ਤੁਸੀਂ ਡੇਲੀ ਦਾ ਇੱਕ ਨਿਊਜ਼ਪੇਪਰ ਪੜ੍ਹ ਲਓ। ਲੈਟਸ ਸੇ ਇੰਡੀਅਨ ਐਕਸਪ੍ਰੈਸ ਪੜ੍ਹ ਲਓ, ਹੋਰ ਕੁਛ ਵੀ ਨਾ ਕਰੋ, ਹਿੰਦੂ ਵੀ ਨਹੀਂ ਕਰਨਾ, ਟ੍ਰਿਬਿਊਨ ਵੀ ਤੁਸੀਂ ਸੈਕਰੀਫਾਈਸ ਕਰ ਸਕਦੇ ਹੋ, ਓਨਲੀ ਐਡੀਟੋਰੀਅਲ ਦੇਖਣਾ, ਦੈਟਸ ਇਟ। ਇੰਡੀਅਨ ਐਕਸਪ੍ਰੈਸ ਰੀਡ ਕਰ ਲਓ, 40 ਮਿੰਟ ਦਾ ਟਾਈਮ ਇਹ 'ਤੇ ਤੁਹਾਨੂੰ ਲੱਗਣਾ। ਉਸ ਤੋਂ ਬਾਅਦ ਇਹਦੇ ਨੋਟਸ ਬਣਾਉਣ ਦੀ ਜ਼ਰੂਰਤ ਨਹੀਂ ਹੈ। ਨੋਟਸ ਨਹੀਂ ਬਣਾਉਣੇ, ਤੁਹਾਡੇ ਤੋਂ ਬਣਨੇ ਵੀ ਨਹੀਂ ਹੈ ਉਹ ਜੌਬ ਦੇ ਨਾਲ। ਕਰੰਟ ਅਫੇਅਰ ਦੇ ਪ੍ਰੀਲਿਮਸ ਲਈ, ਮੇਨਸ ਲਈ ਤਾਂ ਅਸੀਂ ਬਣਾਉਂਦੇ ਹਾਂ, ਮੈਂ ਤੁਹਾਨੂੰ ਸਿਖਾ ਦਾਂਗਾ ਕਿਸੇ ਹੋਰ ਵੀਡੀਓ 'ਚ। ਕਰੰਟ ਅਫੇਅਰ 'ਚ ਪ੍ਰੀਲਿਮਸ ਦੇ ਫੈਕਟ ਨਿਊਜ਼ਪੇਪਰ ਤੋਂ ਉਤਾਰਨਾ ਜ਼ਰੂਰੀ ਨਹੀਂ ਹੈ, ਵਰਕਿੰਗ ਲੋਕਾਂ ਲਈ ਸਪੈਸੀਫਿਕਲੀ ਜ਼ਰੂਰੀ ਨਹੀਂ ਹੈ। ਤੁਸੀਂ ਇਹਨੂੰ ਕੰਪਰੋਮਾਈਜ਼ ਵੀ ਨਹੀਂ ਕਰਨਾ। ਉਹਦੇ ਲਈ ਕੀ ਕਰਦੇ ਹਾਂ ਅਸੀਂ, ਇੱਕ ਮੰਥਲੀ ਮੈਗਜ਼ੀਨ ਫੋਲੋ ਕਰ ਲੈਂਦੇ ਹਾਂ। ਮੰਥਲੀ ਮੈਗਜ਼ੀਨ ਮਾਰਕੀਟਸ ਪ੍ਰਿੰਟਡ ਫਾਰਮ ਦੇ ਵਿੱਚ ਤੁਹਾਨੂੰ ਮਿਲ ਜਾਂਦੀ ਹੈ। ਜਿਸ ਤਰੀਕੇ ਨਾਲ ਕਰੰਟ ਅਫੇਅਰ ਟੂਡੇ ਇੱਕ ਅੱਛੀ ਮੈਗਜ਼ੀਨ ਹੈ, ਕ੍ਰੋਨਿਕਲ ਦੀ ਮੈਗਜ਼ੀਨ ਅੱਛੀ ਆਉਂਦੀ ਹੈ, ਮੇਡ ਈਜ਼ੀ ਦੀ ਮੈਗਜ਼ੀਨ ਵੀ ਅੱਛੀ ਹੈ, ਇਨ ਫੋਕਸ ਆਉਂਦੀ ਹੈ। 3-4 ਮੈਗਜ਼ੀਨਸ ਨੇ, ਉਹਨਾਂ 'ਚੋਂ ਕੋਈ ਵੀ ਇੱਕ, ਸਾਰੀਆਂ ਨਹੀਂ, ਕੋਈ ਵੀ ਇੱਕ ਪ੍ਰਿੰਟਡ ਮੈਗਜ਼ੀਨ ਲਓ। ਡੇਲੀ ਦਾ ਨਿਊਜ਼ਪੇਪਰ ਪੜ੍ਹਨਾ, ਨਿਊਜ਼ਪੇਪਰ ਦੇ ਬੇਸਿਸ 'ਤੇ ਕੋਈ 8-10 ਕੁਐਸਚਨ ਤੁਸੀਂ ਦਿਹਾੜੀ ਦੇ ਸੋਲਵ ਕਰ ਲੈਣੇ ਆ, ਉਹ ਮਿਲ ਜਾਂਦੇ ਨੇ। ਸਾਡੀ ਮੋਬਾਈਲ ਐਪਲੀਕੇਸ਼ਨ 'ਤੇ ਵੀ ਅਵੇਲੇਬਲ ਹੁੰਦੇ ਆ, ਤੁਹਾਨੂੰ ਵੈਸੇ ਵੀ ਇੰਟਰਨੈਟ 'ਤੇ ਮਿਲ ਜਾਂਦੇ ਨੇ। ਨੋਟਸ ਨਹੀਂ ਪੜ੍ਹਨੇ, 8-10 ਕੁਐਸਚਨ ਜਿਹੜੇ ਆ ਦਿਹਾੜੀ ਦੇ ਨਿਊਜ਼ਪੇਪਰ ਦੇ ਜਿਹੜੇ ਆਏ ਤੁਸੀਂ ਉਹਨਾਂ ਨੂੰ ਸੋਲਵ ਕਰਨਾ। ਅਪਾਰਟ ਫਰੋਮ ਦੈਟ
ਮੰਥ ਐਂਡ ਤੇ ਮੈਗਜ਼ੀਨ ਆਏਗੀ, ਉਹ ਮੈਗਜ਼ੀਨ ਨੂੰ ਬਹੁਤ ਅੱਛੇ ਤੋਂ ਰਿਵਾਈਜ਼ ਕਰਨਾ, ਅੱਛੇ ਤੋਂ ਹਾਈਲਾਈਟ ਕਰਨਾ, ਐਂਡ ਉਹ ਹਾਈਲਾਈਟਡ ਜਿਹੜੀ ਮੈਗਜ਼ੀਨ ਆ ਉਹ ਤੁਹਾਡੇ ਕਰੰਟ ਅਫੇਅਰ ਦੇ ਨੋਟਸ ਹੀ ਨੇ। ਸਿਮਿਲਰਲੀ ਸਬਜੈਕਟਸ ਤੇ ਜਿਹੜੇ ਸਬਜੈਕਟ ਤੁਹਾਡੇ ਬਹੁਤ ਸਟਰੋਂਗ ਨੇ, ਤੁਹਾਡੇ ਫੀਲਡ ਦੇ ਸਬਜੈਕਟ ਨੇ, ਉਹਨਾਂ ਦੇ ਨੋਟਸ ਬਣਾਉਣ ਦੀ ਜ਼ਰੂਰਤ ਨਹੀਂ ਹੈ। ਜਿਹੜੇ ਸਬਜੈਕਟ ਤੁਹਾਨੂੰ ਅੱਛੇ ਤਰੀਕੇ ਨਾਲ ਆਉਂਦੇ ਨਹੀਂ ਹੈ, ਅਸੀਂ ਉਹਨਾਂ ਦੇ ਨੋਟ ਮੇਕਿੰਗ ਕਰਨੀ ਹੈ, ਹੈ ਨਾ। ਤਾਂ ਸੈਸ਼ਨ ਕਾਫੀ ਲੈਂਥੀ ਹੋ ਜਾਏਗਾ, ਤਾਂ ਅਸੀਂ ਹੋਰ ਵੀ ਮੈਂ ਇਸ ਤਰੀਕੇ ਦੇ ਸੈਸ਼ਨਸ ਲੈ ਕੇ ਆਉਂਦਾ ਰਹਾਂਗਾ। ਜਸਟ ਇਨ ਕੇਸ ਤੁਹਾਡੇ ਕੋਈ ਵੀ ਕੁਐਸਚਨਸ ਨੇ ਤਾਂ ਤੁਸੀਂ ਇਹ ਨੰਬਰ ਦੇ ਉੱਪਰ 9872124143 ਇਹ 'ਤੇ ਕਾਲ ਕਰ ਸਕਦੇ ਹੋ, ਇਹ ਮੇਰੇ ਨਾਲ ਗੱਲ ਕਰਵਾ ਦੇਣਗੇ। ਮੇਰਾ ਨਾਮ ਸੰਤੋਖ ਸਿੰਘ ਬਰਾੜ ਹੈ। ਥੈਂਕ ਯੂ ਫॉर ਵਾਚਿੰਗ ਦਿਸ ਵੀਡੀਓ।